जी आਇਆਂ ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਬੁੱਕ ਅ ਪੈਨੋਰਾਮਾ ਆਫ ਲਾਈਫ ਉਸ ਦਾ ਸੈਕਸ਼ਨ ਨੰਬਰ ਹੈ ਲੈਸਨ ਨੰਬਰ 2 ਦੀ ਪੋਰਟਰੇਟ ਆਫ ਅ ਲੇਡੀ। ਇਸ ਲੈਸਨ ਦੇ ਕੁਐਸਚਨ ਆਨਸਰਸ ਪਾਰਟ ਬੀ ਅਰਥਾਤ ਲੌਂਗ ਆਨਸਰ ਟਾਈਪ ਕੁਐਸਚਨਸ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਕੇ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਪਰ ਮਗਰੋਂ ਦੀ ਉਹਨਾਂ ਨੂੰ ਰਿਵਾਈਜ਼ ਕਰਕੇ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਦੱਸਦਾ ਕਿ ਇसी ਲੈਸਨ ਦੀ ਰੀਡਿੰਗ, ਟਰਾਂਸਲੇਸ਼ਨ ਅਤੇ ਐਕਸਪਲੇਨੇਸ਼ਨ 3 ਹਿੱਸਿਆਂ ਵਿੱਚ ਵੀਡੀਓ ਬਣਾ ਕੇ ਕਰ ਦਿੱਤੀ ਗਈ ਹੈ। ਸੋ ਜਿਹੜੇ ਬੱਚਿਆਂ ਨੇ ਉਹ ਵੀਡੀਓਜ਼ ਨਹੀਂ ਦੇਖੇ ਉਹ ਜ਼ਰੂਰ ਦੇਖਣ। ਲੈਸਨ ਪੜ੍ਹ ਸੁਣ ਕੇ ਤੁਹਾਨੂੰ ਕੁਐਸਚਨ ਆਨਸਰਸ ਕਰਨੇ ਬੜੇ ਸੌਖੇ ਹੋ ਜਾਣਗੇ। ਸੋ ਕਈ ਬੱਚੇ ਕੀ ਕਰਦੇ ਨੇ, ਲੈਸਨ ਨੂੰ ਨਹੀਂ ਪੜ੍ਹਦੇ ਤੇ ਸਿੱਧਾ ਐਕਸਰਸਾਈਜ਼ ਤੇ ਕੁਐਸਚਨ ਆਨਸਰ ਤੇ ਜਾਂਦੇ ਨੇ, ਤੇ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਸਟਰਗਲ ਕਰਨਾ ਪੈਂਦਾ, ਜ਼ਿਆਦਾ ਸੰਘਰਸ਼ ਕਰਨਾ ਪੈਂਦਾ। ਤੇ ਜੇ ਲੈਸਨ ਨੂੰ ਤੁਸੀਂ ਪੜ੍ਹ ਸੁਣ ਲਿਆ, ਸਮਝ ਲਿਆ, ਤੇ ਫਿਰ ਕੁਐਸਚਨ ਆਨਸਰਸ ਨੂੰ ਸਮਝਣਾ ਤੁਹਾਡੇ ਲਈ ਬੜਾ ਸੌਖਾ ਹੋ ਜਾਏਗਾ। ਠੀਕ ਹੈ ਜੀ। ਸੋ ਇਹ ਲੌਂਗ ਆਨਸਰ ਟਾਈਪ ਕੁਐਸਚਨਸ ਨੇ। ਪਹਿਲਾ ਕੁਐਸਚਨ ਹੈ, ਕਹਿੰਦੇ ਗ੍ਰੈਂਡ ਮਦਰ ਹੈਡ ਆਲਵੇਜ਼ ਬੀਨ ਸ਼ਾਰਟ ਐਂਡ ਫੈਟ ਐਂਡ ਸਲਾਈਟਲੀ ਬੈਂਟ। ਕਹਿੰਦੀ ਜਿਹੜੀ ਮੇਰੀ ਦਾਦੀ ਸੀ ਉਹ ਹਮੇਸ਼ਾ ਤੋਂ ਹੀ ਛੋਟੀ ਜਿਹੀ, ਛੋਟੇ ਕੱਦ ਦੀ, ਫੈਟ ਮੋਟੀ ਅਤੇ ਥੋੜ੍ਹਾ ਜਿਹਾ ਉਹਨੂੰ ਕੁੱਬ ਪਿਆ ਹੋਇਆ ਸੀ। ਫਿਰ ਕਹਿੰਦੇ ਇਸ ਦਿਸ, ਇਹ ਉਹਦੀ ਇਹ ਸਟੇਟਮੈਂਟ ਹੈਗੀ ਹੈ, ਕਥਨ ਹੈਗਾ ਆਥਰ ਦਾ। ਲੈਸਨ ਵਿੱਚੋਂ ਲਿਆ, ਦੇਖੋ ਇਨਵਰਟਿਡ ਕੋਮਾ ਇੱਥੇ ਪਾਈ, ਕੋਮਾ ਇੱਥੇ ਪਾਇਆ, ਕੋਮਾ ਇੱਥੇ ਪਾਇਆ। ਇਹ ਜਿਹੜੀ ਲਾਈਨ ਹੈਗੀ ਹੈ ਇਹ ਲਿਖਾਰੀ ਦੀ ਲਿਖੀ ਹੋਈ ਹੈ। ਕਹਿੰਦੇ ਗ੍ਰੈਂਡ ਮਦਰ ਜਿਹੜੀ ਮੇਰੀ ਸੀ, ਦਾਦੀ ਸੀ, ਹਮੇਸ਼ਾ ਤੋਂ ਹੀ ਤਾਂ ਛੋਟੀ ਮੋਟੀ ਤੇ ਥੋੜੀ ਝੁਕੀ ਹੋਈ ਸੀਗੀ। ਇਸ ਦਿਸ ਟਰੂ, ਕਹਿੰਦੇ ਇਹ ਗੱਲ ਕੀ ਸੱਚੀ ਹੈ, ਇਨ ਦੀ ਲਾਈਟ ਆਫ ਵਟ ਇਜ਼ ਸੈਡ ਇਨ ਦੀ ਫਸਟ ਪੈਰਾਗ੍ਰਾਫ। ਹੁਣ ਦੇਖੋ, ਜੇ ਮੈਂ ਤਾਂ ਹੀ ਕਿਹਾ ਨਾ ਰੀਡਿੰਗ ਟਰਾਂਸਲੇਸ਼ਨ ਦੇ ਵੀਡੀਓ ਜ਼ਰੂਰ ਦੇਖੋ। ਹੁਣ ਤੁਹਾਨੂੰ ਕੀ ਪਤਾ ਫਸਟ ਪੈਰਾਗ੍ਰਾਫ 'ਚ ਕੀ ਲਿਖਿਆ ਜੇ ਤੁਸੀਂ ਉਹ ਲੈਸਨ ਨਹੀਂ ਪੜ੍ਹਿਆ ਜਾਂ ਸੁਣਿਆ। ਠੀਕ ਹੈ। ਸੋ ਕਹਿੰਦੇ ਪਹਿਲੇ ਪੈਰਾਗ੍ਰਾਫ ਦੀ ਰੋਸ਼ਨੀ ਵਿੱਚ ਕੀ ਹੈ ਗੱਲ ਸੱਚੀ ਹੈ। ਫਿਰ ਇੱਕ ਸਵਾਲ ਹੈ, ਕਹਿੰਦੇ ਵਟ ਇਨਫੋਰਮੇਸ਼ਨ ਇਨ ਦੀ ਫਸਟ ਪੈਰਾਗ੍ਰਾਫ ਵੁੱਡ ਯੂ ਸਾਈਟ। ਸਾਈਟ ਦਾ ਮਤਲਬ ਇੱਥੇ ਹੈਗਾ CITE, ਮਤਲਬ ਗਿਵ। ਉਦਾਹਰਨ ਦੇ ਤੌਰ ਤੇ ਕੀ ਦੇਵੋਗੇ, ਇਨ ਸਪੋਰਟ ਆਫ ਯੂਰ ਆਨਸਰ। ਆਪਣੇ ਆਨਸਰ ਦੇ ਹੱਕ ਦੇ ਵਿੱਚ ਤੁਸੀਂ ਪਹਿਲੇ ਪਹਿਲੇ ਪੈਰਾਗ੍ਰਾਫ ਦੇ ਵਿੱਚੋਂ ਕਿਹੜੀ ਜਾਣਕਾਰੀ ਦੇਵੋਗੇ। ਸੋ ਜਵਾਬ ਹੈ ਨੋ, ਇਟ ਇਜ਼ ਨਾਟ ਟਰੂ ਇਨ ਦੀ ਲਾਈਟ ਆਫ ਵਟ ਇਜ਼ ਸੈਡ ਇਨ ਦੀ ਫਸਟ ਪੈਰਾਗ੍ਰਾਫ। ਅਰਥਾਤ ਇਹ ਗੱਲ ਸੱਚੀ ਨਹੀਂ ਹੈ, ਹੈਡ ਆਲਵੇਜ਼ ਬੀਨ ਹਮੇਸ਼ਾ ਤੋਂ ਹੀ ਛੋਟੀ ਮੋਟੀ ਤੇ ਕੁੱਬ ਵਾਲੀ ਸੀਗੀ। ਇਨ ਦੀ ਲਾਈਟ ਆਫ ਵਟ ਇਜ਼ ਸੈਡ ਇਨ ਦੀ ਫਸਟ ਪੈਰਾਗ੍ਰਾਫ, ਪਹਿਲੇ ਪੈਰਾਗ੍ਰਾਫ ਦੇ ਵਿੱਚ ਉਹਦੀ ਰੋਸ਼ਨੀ ਵਿੱਚ ਜੋ ਕਿਹਾ ਗਿਆ ਹੈ ਉਹਦੇ ਹਿਸਾਬ ਨਾਲ ਇਹ ਗੱਲ ਸੱਚੀ ਨਹੀਂ ਹੈ। The author talks about people saying that his grandmother had once been young and pretty। ਠੀਕ ਹੈ। ਜਿਹੜਾ ਲਿਖਾਰੀ ਹੈ ਉਹ ਲੋਕਾਂ ਬਾਰੇ ਹਵਾਲਾ ਦਿੰਦਾ ਹੈ ਕਿ ਲੋਕ ਕਹਿੰਦੇ ਨੇ ਕਿ ਤੁਹਾਡੀ ਦਾਦੀ ਕਦੀ ਇੱਕ ਵੇਲੇ ਜਵਾਨ ਸੀ ਤੇ ਬੜੀ ਸੋਹਣੀ ਸੀ, ਸੋਹਣੀ ਸੁਨੱਖੀ ਸੀ। But the author finds it hard to believe because he had seen her as an old wrinkled lady for the 20 years he had known her। ਪਰ ਜਿਹੜਾ ਲਿਖਾਰੀ ਹੈਗਾ ਉਹ ਇਸ ਗੱਲ ਨੂੰ, ਉਹਨੂੰ ਭਰੋਸਾ ਨਹੀਂ ਹੁੰਦਾ, ਵਿਸ਼ਵਾਸ ਨਹੀਂ ਹੁੰਦਾ ਵੀ ਇੱਦਾਂ ਹੋ ਸਕਦਾ ਹੈ, ਕਿਉਂਕਿ ਜਿਹੜੇ 20 ਸਾਲ ਉਹਨੇ ਆਪਣੀ ਦਾਦੀ ਨੂੰ ਦੇਖਿਆ, ਉਹਨੂੰ ਝੁਰੜੀਆਂ ਭਰੀ ਚਿਹਰੇ ਦੇ ਨਾਲ ਤੇ ਬਜ਼ੁਰਗ ਹਾਲ ਵਿੱਚ ਹੀ ਦੇਖਿਆ। ਹੁਣ ਬੱਚੋ, ਜਦ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਹੋਸ਼ ਸੰਭਾਲੀ ਆਪਣੀ ਦਾਦੀ ਨੂੰ ਮੈਂ ਉੱਦਾਂ ਹੀ ਦੇਖਿਆ, ਬੁੱਢੀ, ਚਿੱਟੇ ਵਾਲ ਤੇ ਮੂੰਹ ਤੇ ਝੁਰੜੀਆਂ। ਮੈਂ ਉਹਨੂੰ ਕਦੀ ਯੰਗ ਦੇਖਿਆ ਹੀ ਨਹੀਂ। ਠੀਕ ਹੈ ਨਾ। ਸਾਡੇ ਟਾਈਮ ਵਿੱਚ ਜਦੋਂ ਦਾਦੀ ਦਾ ਵਿਆਹ ਹੋਇਆ ਸੀ ਉਦੋਂ ਕੈਮਰੇ ਵੀ ਨਹੀਂ ਸੀਗੇ ਤੇ ਵੀਡੀਓ ਤੇ ਬੜੀ ਦੂਰ ਦੀ ਗੱਲ ਹੈਗੀ ਹੈ। ਮੈਂ ਤਾਂ ਉਹਦੀ ਕੋਈ ਪੁਰਾਣੀਆਂ ਵਿਆਹ ਦੇ ਵੇਲੇ ਦੀ ਫੋਟੋਆਂ ਵੀ ਨਹੀਂ ਦੇਖੀਆਂ। ਸੋ ਮੈਂ ਵੀ ਛੋਟੇ ਹੁੰਦੇ ਦੀ ਸੋਚਦਾ ਸੀਗਾ ਵੀ ਦਾਦੀ ਮੇਰੀ ਛੋਟੀ, ਇਹ ਵੀ ਕਦੀ ਕੁੜੀ ਰਹੀ ਹੋਏਗੀ, ਇਹ ਵੀ ਕਦੀ ਮੁਟਿਆਰ ਰਹੀ ਹੋਏਗੀ। ਸੋ ਜਿਹਨੂੰ ਅਸੀਂ ਜਿਸ ਰੂਪ ਵਿੱਚ ਦੇਖਿਆ ਹੋਇਆ ਹੈ ਤੇ ਸਾਡੇ ਦਿਮਾਗ ਵਿੱਚ ਉਹਦਾ ਅਕਸ ਉੱਦਾਂ ਹੀ ਪੱਕਾ ਹੋ ਜਾਂਦਾ। ਸੋ ਲਿਖਾਰੀ ਨੇ ਇੱਕ ਕੁਦਰਤੀ ਤੌਰ ਤੇ ਜੋ ਗੱਲ ਹੈ ਉਹਨੇ ਲਿਖੀ ਹੈ, ਕਿਉਂਕਿ ਉਹਨੇ ਕਦੀ ਆਪਣੀ ਦਾਦੀ ਨੂੰ ਜਵਾਨੀ ਵਿੱਚ ਦੇਖਿਆ ਹੀ ਨਹੀਂ ਸੀਗਾ। ਉਹ ਤੇ ਜਦੋਂ ਉਹਦਾ ਪੈਦਾ ਹੋਇਆ, ਜਨਮ ਹੋਇਆ, ਤੇ ਉਹਨੇ ਦੇਖਿਆ ਦਾਦੀ ਉਹਦੀ ਵਿਚਾਰੀ ਉੱਦਾਂ ਸੀ, ਬੁੱਢੀ ਸੀ, ਛੋਟੀ ਸੀ, ਮੋਟੀ ਸੀ, ਉਹਦੇ ਚਿੱਟੇ ਧੌਲੇ ਸੀ ਉਹਦੇ, ਮਤਲਬ ਕਿ ਹੈ ਨਾ, ਤੇ ਮੂੰਹ ਦੇ ਝੁਰੜੀਆਂ ਸੀਗੀਆਂ। ਸੋ ਇਸ ਕਰਕੇ, ਕਿਉਂਕਿ ਉਹਨੇ ਜਿਹੜੇ 20 ਸਾਲ ਆਪਣੀ ਦਾਦੀ ਦੇ ਨਾਲ ਬਿਤਾਏ, 20 ਸਾਲ ਦਾਦੀ ਨੂੰ ਦੇਖਿਆ, ਆਪਣੀ ਬਚਪਨ ਤੋਂ ਲੈ ਕੇ ਜਵਾਨੀ ਤੱਕ 20 ਸਾਲ ਤੱਕ ਉਹਨੇ ਦਾਦੀ ਨੂੰ ਇਸੇ ਰੂਪ 'ਚ ਹੀ ਦੇਖਿਆ। ਇਸ ਕਰਕੇ ਉਹਨੂੰ ਇਹ ਗੱਲ ਦਾ ਯਕੀਨ ਨਹੀਂ ਆਉਂਦਾ ਸੀ ਜਦੋਂ ਲੋਕ ਕਹਿੰਦੇ ਸੀਗੇ ਵੀ ਤੇਰੀ ਦਾਦੀ ਵੀ ਕਦੀ ਇਹ ਜਿਹੜੀ ਫਲਾਨੀ ਹੈਗੀ, ਜੋ ਵੀ ਇਹਦਾ ਨਾਂ ਹੈ, ਕਹਿੰਦੇ ਪ੍ਰੀਤਮ ਕੌਰ ਇੱਦਾਂ ਸੀਗੀ ਜਾਂ ਗੁਰਬਚਨ ਕੌਰ ਇੱਦਾਂ ਸੀ, ਹੈ ਨਾ। ਬੰਦੇ ਕਹਿ ਦਿੰਦੇ ਨੇ ਵੀ ਇਹ ਤੇ ਬੜੀ ਸੋਹਣੀ ਸੁਨੱਖੀ ਹੁੰਦੀ ਸੀ, ਬੜੀ ਇਹ ਤੇ ਬੜੀ ਮਤਲਬ ਫੁਰਤੀਲੀ ਹੁੰਦੀ ਸੀ, ਹੈਂ, ਹਮੇਸ਼ਾ ਇੱਦਾਂ ਨਹੀਂ ਸੀਗੀ। ਬੰਦੇ ਇੱਦਾਂ ਗੱਲਾਂ ਕਰਦੇ ਹੀ ਨੇ। ਸੋ ਉਹਨੂੰ ਯਕੀਨ ਨਹੀਂ ਆਉਂਦਾ ਸੀ ਲਿਖਾਰੀ ਨੂੰ। The writer also mentions his grandmother often talking about the games she played as a child। ਤੇ ਜਿਹੜਾ ਰਾਈਟਰ ਹੈ ਉਹਨੇ ਇਸ ਗੱਲ ਦਾ ਹਵਾਲਾ ਵੀ ਦਿੱਤਾ ਕਿ ਉਹਨਾਂ ਦੀ ਦਾਦੀ ਉਹਨਾਂ ਨਾਲ ਗੱਲਾਂ ਕਰਦੇ ਕਦੀ ਇਹ ਵੀ ਕਹਿੰਦੀ ਸੀ ਕਿ ਮੈਂ ਛੋਟੇ ਹੁੰਦੇ ਆ ਖੇਡਾਂ ਖੇਡਦੀ ਸੀਗੀ। ਸੋ ਉਹ ਖੇਡਾਂ ਨਿਆਣੇ ਖੇਡਦੇ ਨੇ,
ਹੁਣ ਕੋਈ ਬਜ਼ੁਰਗ ਬੰਦਾ ਕਵੇ ਕਿ ਮੈਂ ਇੱਦਾਂ ਖੇਡਾਂ ਖੇਡਦਾ ਤੇ ਸਾਨੂੰ ਯਕੀਨ ਨਹੀਂ ਹੈਗਾ, ਸਾਨੂੰ ਲੱਗੇ ਵੀ ਇਹ ਤੇ ਸੋਟੀ ਲੈ ਕੇ ਤੁਰਦਾ ਹੈ, ਇਹ ਕਦੇ ਖੜੇ ਵੀ ਨਹੀਂ ਹੋ ਜਾਂਦਾ। ਇਹ ਕਹਿੰਦਾ ਮੈਂ ਖੋ ਖੋ ਖੇਡਦਾ ਸੀ, ਮੈਂ ਸਟਾਪੂ ਖੇਡਦਾ ਸੀ, ਮੈਂ ਦੌੜਾਂ ਲਾਉਂਦਾ ਸੀ, ਤੇ ਯਕੀਨ ਨਹੀਂ ਆਉਂਦਾ। ਸੋ ਪਰ ਇਹ ਦੋ ਗੱਲਾਂ ਤੋਂ ਇੱਕ ਲੋਕ ਕਹਿੰਦੇ ਸੀਗੇ ਕਿ ਉਹ ਜਵਾਨ ਸੀ ਤੇ ਸੋਹਣੀ ਸੁਨੱਖੀ ਸੀ, ਤੇ ਦੂਜੀ ਗੱਲ ਰਾਈਟਰ ਕਹਿੰਦਾ ਹੈ ਉਹ ਦਾਦੀ ਆਪਣੇ ਮੂੰਹੋਂ ਹੀ ਬੋਲਦੀ ਸੀ ਕਿ ਮੈਂ ਛੋਟੇ ਹੁੰਦੇ ਜਦੋਂ ਮੈਂ ਨਿਆਣੀ ਸੀਗੀ, ਮੁਟਿਆਰ ਸੀ, ਤੇ ਮੈਂ ਖੇਡਾਂ ਖੇਡਦੀ ਸੀ ਇਹ ਵਾਲੀਆਂ। It shows that grandmother had once been young, pretty and agile. Agile माने फुर्तीली, उद्यमी, दौड़ भज करन वाली। मतलब ਇਹ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਗ੍ਰੈਂਡਮਦਰ ਜਿਹੜੀ ਸੀ ਇੱਕ ਟਾਈਮ ਕਦੀ ਜਵਾਨ, ਸੋਹਣੀ ਸੁਨੱਖੀ ਤੇ ਅਜਾਈਲ, ਫੁਰਤੀਲੀ ਸੀਗੀ। ਠੀਕ ਹੈ। ਕੁਐਸਚਨ ਨੰਬਰ 2, ਹਾਊ ਵੁੱਡ ਗ੍ਰੈਂਡਮਦਰ ਪ੍ਰਿਪੇਅਰ ਦੀ ਆਥਰ ਫॉर ਸਕੂਲ। ਅਰਥਾਤ ਜਿਹੜੀ ਦਾਦੀ ਸੀਗੀ ਉਹ ਲਿਖਾਰੀ ਨੂੰ ਸਕੂਲ ਲਈ ਕਿਵੇਂ ਤਿਆਰ ਕਰਦੀ ਸੀ। ਸੋ ਜਵਾਬ ਹੈ ਗ੍ਰੈਂਡਮਦਰ ਵੁੱਡ ਵੇਕ ਅਪ ਦੀ ਆਥਰ ਇਨ ਦੀ ਮਾਰਨਿੰਗ। ਜਿਹੜੀ ਦਾਦੀ ਸੀਗੀ ਉਹ ਲਿਖਾਰੀ ਨੂੰ, ਆਪਣੇ ਪੋਤੇ ਨੂੰ ਸਵੇਰੇ ਉਠਾਉਂਦੀ ਸੀਗੀ, ਬੇਦ ਹਿਮ, ਉਹਨੂੰ ਨਲਾਉਂਦੀ ਸੀਗੀ, ਐਂਡ ਡਰੈਸ ਹਿਮ ਅਪ, ਅਤੇ ਉਹਨੂੰ ਕੱਪੜੇ ਪਾਉਂਦੀ ਸੀਗੀ, ਤਿਆਰ ਕਰਦੀ ਸੀ। ਵਾਈਲ ਵਾਸ਼ਿੰਗ ਐਂਡ ਡਰੈਸਿੰਗ ਦੀ ਆਥਰ, ਉਹਨੂੰ ਨਲਾਉਂਦੇ ਧਲਾਉਂਦੇ ਹੋਏ ਅਤੇ ਕੱਪੜੇ ਪਾਉਂਦੇ ਹੋਏ, ਸ਼ੀ ਵੁੱਡ ਰਿਸਾਈਟ ਹਰ ਮਾਰਨਿੰਗ ਪ੍ਰੇਅਰ, ਉਹ ਸਵੇਰ ਦਾ ਪਾਠ ਕਰਦੀ ਸੀ। ਹੋਪਿੰਗ, ਇਸ ਆਸ ਵਿੱਚ, ਦੀ ਆਥਰ ਵੁੱਡ ਲਿਸਨ ਐਂਡ ਮੈਮੋਰਾਈਜ਼ ਦੈਟ, ਕਿ ਜਿਹੜਾ ਲਿਖਾਰੀ ਹੈ ਉਹ ਉਹਨੂੰ ਸੁਣੇਗਾ ਪਾਠ ਨੂੰ, ਤੇ ਇਸੀ ਬਹਾਨੇ ਉਹਨੂੰ ਪਾਠ ਜਿਹੜਾ ਹੈ ਸਵੇਰੇ ਜਪਜੀ ਸਾਹਿਬ ਦਾ ਪਾਠ ਬਜ਼ੁਰਗ ਪੜ੍ਹਦੇ ਨੇ ਪੁਰਾਣੇ, ਹੈ ਨਾ, ਤੇ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਬੱਚਿਆਂ ਨੂੰ ਵੀ ਪੜ੍ਹਨਾ ਚਾਹੀਦਾ। ਅੱਜ ਰਿਵਾਜ ਘਟ ਗਿਆ। ਪੁਰਾਣੇ ਜ਼ਮਾਨੇ 'ਚ ਦਾਦੀਆਂ ਕੋਲੋਂ, ਨਾਨੀਆਂ ਕੋਲੋਂ ਜਿਹੜੇ ਪੋਤੇ ਪੋਤੀਆਂ, ਦੋਤੇ ਦੋਤੀਆਂ ਜਿਹੜੇ ਗੁਰੂਆਂ ਦੀਆਂ, ਸਾਹਿਬਜ਼ਾਦਿਆਂ ਦੀ ਸਾਖੀਆਂ ਸੁਣਦੇ ਹੁੰਦੇ ਸੀਗੇ। ਠੀਕ ਹੈ। ਅੱਜ ਉਹ ਜ਼ਮਾਨਾ ਚਲਾ ਗਿਆ। ਸੋ ਇਹ ਵਿਰਸਾ ਸਾਡਾ ਸੀਗਾ, ਤੇ ਉਹ ਵੀ ਦਾਦੀ ਦਾ ਪਾਠ ਕਰਦੀ ਸੀਗੀ, ਤੇ ਇਸ ਆਸ ਵਿੱਚ ਕਿ ਉਹਦਾ ਪੋਤਾ ਉਹਦੇ ਕੰਨੀ ਪਾਠ ਪਏਗਾ ਤੇ ਉਹਨੂੰ ਮੈਮੋਰਾਈਜ਼ ਬਣੀ, ਉਹਨੂੰ ਕੰਠ ਹੋ ਜਾਏਗਾ। ਬੱਚੇ ਮੈਨੂੰ ਯਾਦ ਹੈ, ਤੁਹਾਨੂੰ ਸ਼ਾਇਦ ਲਿਖਾਰੀ ਦਾ ਪਤਾ ਹੋਵੇ, ਉਹਦਾ ਨਾਂ ਸੀ ਪਾਂਦੀ ਨਨਕਾਣਵੀ। ਉਹ ਪੁਲਿਸ ਵਿੱਚ ਸੀਗੇ, ਬੜੇ ਵੱਡੇ ਅਫਸਰ। ਉਹਨਾਂ ਦਾ ਅਸਲੀ ਨਾਂ ਸੀ ਮਨੋਹਰ ਸਿੰਘ, ਤੇ ਪਾਂਦੀ ਨਨਕਾਣਵੀ ਉਹਨਾਂ ਦਾ ਲਿਖਾਰੀ ਵਾਲਾ ਨਾਂ ਸੀਗਾ, ਤੇ ਉਹਨੇ ਬੜੀ ਸਾਰੀਆਂ ਇਕਾਂਗੀ ਲਿਖੀਆਂ ਹੋਈਆਂ। ਤੇ ਇੱਕ ਵਾਰ ਮੈਂ ਉਹਨਾਂ ਦਾ ਇੰਟਰਵਿਊ ਪੜ੍ਹ ਰਿਹਾ ਸੀਗਾ, ਤੇ ਇੰਟਰਵਿਊ ਵਿੱਚ ਉਹ ਕਹਿੰਦੇ ਨੇ, ਕਹਿੰਦੇ ਜਦੋਂ ਸਿਆਲ ਵਿੱਚ ਅਸੀਂ ਰਜਾਈ ਵਿੱਚ ਅੱਧ ਸੁੱਤੇ ਹੁੰਦੇ ਸੀ ਸਵੇਰੇ 5-6 ਵਜੇ, ਤੇ ਅਸੀਂ ਖੜਾਕੇ ਸੁਣਦੇ ਸੀ ਘਰ ਵਿੱਚ, ਸਾਡੇ ਮੰਮੀ ਝਾੜੂ ਪੋਚਾ ਲਾਉਂਦੇ ਸੀ, ਸਾਫ ਸਫਾਈ ਦਾ ਕੰਮ ਕਰਦੇ ਸੀ, ਤੇ ਨਾਲ ਨਾਲ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹੁੰਦੇ ਸੀਗੇ। ਜਵਾਨੀ ਪੋਚਾ ਝਾੜੂ ਲਾਉਂਦੇ, ਲੱਸੀ ਰੜਕਦੇ, ਹੋਰ ਕੰਮਕਾਰ ਕਰਦੇ। ਤੇ ਕਹਿੰਦੇ ਉਸਲੇ ਤੱਕ ਸਾਡੀ ਨੀਂਦ ਮਤਲਬ ਅੱਧੀ ਕੁ ਖੁੱਲ੍ਹ ਗਈ ਹੁੰਦੀ ਸੀ, ਪਰ ਰਜਾਈ ਦੇ ਨਿੱਘ ਵਿੱਚ ਬੈਠੇ ਹੁੰਦੇ ਸੀ, ਅਸੀਂ ਸੁੱਤੇ ਹੁੰਦੇ ਸੀ, ਸਾਡੇ ਕੰਨੀ ਵੀ ਉਹ ਬਾਣੀ ਪੈਂਦੀ ਸੀਗੀ। ਤੇ ਮਨੋਹਰ ਸਿੰਘ ਜੀ ਨੇ ਲਿਖਿਆ ਆਪਣੇ ਇੰਟਰਵਿਊ ਵਿੱਚ ਦੱਸਿਆ, ਪਾਂਦੀ ਨਨਕਾਣਵੀ ਜੀ ਨੇ, ਕਹਿੰਦੇ ਜਦੋਂ ਤੱਕ ਮੈਂ ਜਵਾਨ ਹੋਇਆ ਤੇ ਮੈਨੂੰ ਸੁਖਮਨੀ ਸਾਹਿਬ ਦੀਆਂ ਕਿੰਨੀਆਂ ਪੰਕਤੀਆਂ ਸੁਣ ਸੁਣ ਕੇ ਆਪਣੀ ਮਾਂ ਦੇ ਮੂੰਹੋਂ ਮੈਨੂੰ ਕੰਠ ਹੋ ਗਈਆਂ ਸੀ। ਮੈਨੂੰ ਸੁਖਮਨੀ ਸਾਹਿਬ ਦਾ ਪਾਠ ਕਿੰਨਾ ਸਾਰਾ ਉਦੋਂ ਹੀ ਸੁਣ ਸੁਣ ਕੇ ਕੰਠ ਹੋ ਗਿਆ ਸੀਗਾ। ਸੋ ਇਹ ਸੁਣਨ ਦੀ ਬਰਕਤ ਹੈਗੀ ਹੈ ਬੱਚਿਓ। ਦੈਨ ਗ੍ਰੈਂਡ ਮਦਰ ਵੁੱਡ ਫੈਚ ਦੀ ਆਥਰਸ ਵੁਡਨ ਸਲੇਟ, ਤੇ ਫਿਰ ਜਿਹੜੀ ਦਾਦੀ ਸੀਗੀ ਉਹ ਫੈਚ ਮੈਨੇ ਲੈ ਕੇ ਆਉਂਦੀ ਸੀਗੀ ਵੁਡਨ ਸਲੇਟ ਮੈਨੇ ਤਖਤੀ ਫੱਟੀ, ਡਰਾਈਡ ਸੁਕਾਈ ਗਈ, ਐਂਡ ਪਲਾਸਟਰਡ ਵਿਦ ਯੈਲੋ ਚੌਕ, ਗਾਚਣੀ ਫੇਰੀ ਹੋਈ, ਉਹ ਤੇ ਗਾਚਣੀ ਫੇਰ ਦਿੰਦੀ ਸੀਗੀ, ਸੁਕਾ ਦਿੰਦੀ ਸੀਗੀ, ਤੇ ਉਹ ਫੱਟੀ ਲੈ ਕੇ ਆਉਂਦੀ ਸੀਗੀ। ਅ ਟਾਈਨੀ ਇੰਕ ਪੌਟ, ਤੇ ਛੋਟੀ ਜਿਹੀ ਦਵਾਤ, ਐਂਡ ਅ ਰੀਡ ਪੈਨ, ਤੇ ਕਾਨੇ ਤੋਂ ਬਣਿਆ ਹੋਈ ਕਲਮ ਜਿਹੜੀ ਸੀਗੀ ਉਹ ਲਿਆ ਕੇ ਆਉਂਦੀ ਸੀਗੀ, ਐਂਡ ਹੈਂਡ them to him tied in a bundle। ਇਹ ਸਾਰੀ ਚੀਜ਼ਾਂ ਨੂੰ ਇੱਕ ਬੰਡਲ 'ਚ ਬੰਨ੍ਹ ਕੇ, ਝੋਲੇ 'ਚ ਪਾ ਕੇ, ਬੰਡਲ 'ਚ ਬੰਨ੍ਹ ਕੇ ਉਹਨੂੰ ਆਪਣੇ ਪੋਤੇ ਨੂੰ ਫੜਾ ਦਿੰਦੀ ਸੀ। ਫਿਰ ਕਹਿੰਦੇ ਆਫਟਰ ਫੀਡਿੰਗ ਹਿਮ ਅ ਬ੍ਰੇਕਫਾਸਟ ਆਫ ਥਿਕ ਸਟੇਲ ਚਪਾਤੀ ਬਟਰਡ ਐਂਡ ਸਪ੍ਰਿੰਕਲਡ ਵਿਦ ਸ਼ੂਗਰ, ਤੇ ਉਹਨੂੰ ਫਿਰ ਇੱਕ ਮੋਟੀ ਤੇ ਬੇਹੀ ਰੋਟੀ, ਮੱਖਣ ਲੱਗੀ ਤੇ ਉੱਤੇ ਚੀਨੀ ਬਰੂਰੀ ਹੋਈ, ਉਹਨੂੰ ਖਿਲਾ ਕੇ, ਸ਼ੀ ਵੁੱਡ ਵਾਕ ਦੀ ਆਥਰ ਟੂ ਹਿਸ ਸਕੂਲ, ਫਿਰ ਆਪਣੇ ਪੋਤੇ ਨੂੰ ਨਾਲ ਤੁਰ ਕੇ ਜਾਂਦੀ ਸੀਗੀ, ਤੁਰਾ ਕੇ ਨਾਲ ਲੈ ਕੇ ਆਪਣੇ ਉਹਦੇ ਸਕੂਲ ਲੈ ਕੇ ਜਾਂਦੀ ਸੀ। ਇਟ ਵਾਜ਼ ਹਾਊ ਗ੍ਰੈਂਡ ਮਦਰ ਵੁੱਡ ਪ੍ਰਿਪੇਅਰ ਦੀ ਆਥਰ ਫॉर ਸਕੂਲ। ਇਸ ਢੰਗ ਦੇ ਨਾਲ ਜਿਹੜੀ ਦਾਦੀ ਸੀਗੀ ਉਹ ਆਥਰ ਨੂੰ ਉਹਦੇ ਸਕੂਲ ਜਾਣ ਲਈ ਤਿਆਰ ਕਰਾਉਂਦੀ ਸੀ। ਕੁਐਸਚਨ ਨੰਬਰ 3, ਗ੍ਰੈਂਡ ਮਦਰ ਇਜ਼ ਪੋਰਟਰੇਡ ਐਜ਼ ਅ ਵੈਰੀ ਰਿਲੀਜੀਅਸ ਵੂਮਨ। ਅਰਥਾਤ ਜਿਹੜੀ ਗ੍ਰੈਂਡ ਮਦਰ ਹੈ, ਦਾਦੀ ਹੈ, ਉਹਨੂੰ ਇੱਕ ਧਾਰਮਿਕ ਬਿਰਤੀ ਵਾਲੀ ਔਰਤ ਵਜੋਂ ਪੇਸ਼ ਕੀਤਾ ਗਿਆ। ਪੋਰਟਰੇਟ ਮੈਨੇ ਪੇਸ਼ ਕਰਨਾ। ਵਟ ਡਿਟੇਲਸ ਇਨ ਦੀ ਸਟੋਰੀ ਕ੍ਰੀਏਟ ਦੈਟ ਇੰਪ੍ਰੈਸ਼ਨ, ਉਹ ਕਿਹੜੇ ਵੇਰਵੇ ਕਹਾਣੀ ਦੇ ਵਿੱਚ, ਕਿਹੜੇ ਵੇਰਵੇ ਨੇ ਜਿਹੜੇ ਇਹੋ ਜਿਹੇ ਪ੍ਰਭਾਵ ਦਾ ਚਿੱਤਰਨ ਕਰਦੇ ਹਨ, ਵੀ ਕਹਾਣੀ ਦੇ ਕਿਹੜੇ ਅੰਸ਼ ਨੇ, ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਧਾਰਮਿਕ ਬਿਰਤੀ ਦੀ ਔਰਤ ਸੀ। ਠੀਕ ਹੈ। ਸੋ ਜਵਾਬ ਹੈ ਗ੍ਰੈਂਡ ਮਦਰ ਵਾਜ਼ ਇੰਡੀਡ ਅ ਰਿਲੀਜੀਅਸ ਪਰਸਨ। ਇਹ ਜਿਹੜੀ ਦਾਦੀ ਸੀਗੀ ਉਹ ਵਾਕਿਆ ਵਿੱਚ ਇੱਕ ਧਾਰਮਿਕ ਪੁਰਸ਼ ਸੀ, ਧਾਰਮਿਕ ਔਰਤ ਸੀ। ਵਿਚ ਦਾ ਸਟੋਰੀ ਸ਼ੋਜ਼, ਜੋ ਕਿ ਕਹਾਣੀ ਸਾਨੂੰ ਦੱਸਦੀ ਹੈ। ਸੋ ਕਹਾਣੀ 'ਚ ਪਤਾ ਲੱਗਦਾ ਕਿੱਦਾਂ
She said her prayers as she bathed and dressed the author. ਉਹ ਜਿਹੜੇ author ਨੂੰ ਨਹਾਉਂਦੀ ਸੀ ਤੇ ਕੱਪੜੇ ਪਾਉਂਦੀ ਸੀ ਤੇ ਨਾਲ ਆਪਣੀ ਪਾਠ ਕਰਦੀ ਸੀਗੀ, hoping to implant it in his memory, ਇਸ ਆਸ ਵਿੱਚ ਕਿ ਉਹ ਉਹਦੀ ਯਾਦਦਾਸ਼ਤ ਵਿੱਚ ਇੰਪਲਾਂਟ ਮੈਨੇ ਟਿਕਾ ਦੇਣਾ। ਇਹ ਪਾਠ ਜਿਹੜਾ ਹੈ ਉਹਦੀ ਯਾਦਦਾਸ਼ਤ ਵਿੱਚ, ਉਹਦੇ ਪੋਤੇ ਦੀ ਯਾਦਦਾਸ਼ਤ ਵਿੱਚ ਬੈਠ ਜਾਵੇ। ਹੁਣ ਆਪ ਤੇ ਪਾਠ ਕਰਦੀ ਸੀਗੀ, ਪਰ ਉਹਦੇ ਮਨ 'ਚ ਇਹ ਵੀ ਤੰਗ ਸੀਗੀ ਕਿ ਉਹਦਾ ਪੋਤਾ ਵੀ ਇਸ ਪਾਸੇ ਤੁਰੇ, ਬਾਣੀ ਪੜ੍ਹੇ। ਐਟ ਅਦਰ ਟਾਈਮਸ ਆਲਸੋ, ਕਹਿੰਦੇ ਦੂਜੇ ਸਮਿਆਂ ਵੇਲੇ ਵੀ, ਹਰ ਲਿਪਸ ਕੌਨਸਟੈਂਟਲੀ ਮੂਵਡ ਇਨ ਇਨऑडिबल ਪ੍ਰੇਅਰ, ਨਾ ਸੁਣਨ ਨੂੰ ਪਤਾ ਨਹੀਂ ਲੱਗਦਾ ਸੀ ਕੀ ਬੋਲ ਰਹੀ ਹੈ, ਪਰ ਉਹਦੇ ਬੁੱਲ ਹਮੇਸ਼ਾ ਹਰ ਵੇਲੇ ਪਾਠ ਵਿੱਚ, ਬਾਣੀ ਵਿੱਚ ਹਿਲਦੇ ਰਹਿੰਦੇ ਸੀ। She was kind hearted, ਉਹ ਬੜੇ ਦਿਆਲੂ ਹਿਰਦੇ ਸੀਗੀ, ਐਂਡ ਫੈਡ ਸਟਰੀਟ ਡੌਗਸ ਐਂਡ ਬਰਡਸ, ਤੇ ਉਹ ਗਲੀ ਦੇ ਕੁੱਤਿਆਂ ਨੂੰ ਤੇ ਪੰਛੀਆਂ ਨੂੰ ਖਾਣਾ ਖਵਾਉਂਦੀ ਸੀਗੀ। ਇਨ ਦੀ ਟੈਂਪਲ ਅਟੈਚ ਟੂ ਦੀ ਆਥਰ ਸਕੂਲ, ਜਿਹੜਾ ਲਿਖਾਰੀ ਦੇ ਸਕੂਲ ਦੇ ਨਾਲ ਜਿਹੜਾ ਗੁਰਦੁਆਰਾ ਜੁੜਿਆ ਹੋਇਆ ਸੀਗਾ, ਸ਼ੀ ਵੁੱਡ ਰੀਡ ਸਕ੍ਰਿਪਚਰਸ, ਉੱਥੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੀ ਸੀ, ਗੁਟਕੇ ਤੋਂ ਪਾਠ ਕਰਦੀ ਹੁੰਦੀ ਸੀ, ਬਾਣੀ ਪੜ੍ਹਦੀ ਸੀ। ਵਾਈਲ ਹਰ ਗ੍ਰੈਂਡਸਨ ਸਟੱਡੀਡ ਇਨ ਦਾ ਸਕੂਲ, ਤੇ ਜਦੋਂ ਉਹਦਾ ਗ੍ਰੈਂਡਸਨ ਪੋਤਾ ਸਕੂਲ ਵਿੱਚ ਆਪਣੀ ਪੜ੍ਹਾਈ ਕਰਦਾ ਸੀਗਾ ਤੇ ਇਹ ਉੱਥੇ ਗੁਰਦੁਆਰੇ 'ਚ ਬੈਠ ਕੇ ਪਾਠ ਕਰਦੀ ਸੀ। ਸ਼ੀ ਵਾਜ਼ ਅਨਹੈਪੀ ਵੈਨ ਸ਼ੀ ਨਿਊ ਦੇਅਰ ਵਾਜ਼ ਨੋ ਟੀਚਿੰਗ ਅਬਾਊਟ ਗੋਡ ਐਂਡ ਸਕ੍ਰਿਪਚਰਸ ਇਨ ਦੀ ਆਥਰਸ ਨਿਊ ਸਿਟੀ ਸਕੂਲ, ਤੇ ਉਹਨੂੰ ਇਸ ਗੱਲ ਦੀ ਬੜੀ ਪਰੇਸ਼ਾਨੀ ਹੋਈ, ਉਹ ਨਾ ਖੁਸ਼ੀ ਹੋਈ ਜਦੋਂ ਉਹਨੂੰ ਪਤਾ ਲੱਗਾ ਕਿ ਸ਼ਹਿਰ ਦੇ ਨਵੇਂ ਸਕੂਲ ਦੇ ਵਿੱਚ, ਜਿੱਥੇ ਆਥਰ ਬਾਅਦ ਚੋਂ ਚਲਾ ਗਿਆ, ਉਹਦੇ ਸਕੂਲ ਦੇ ਵਿੱਚ ਰੱਬ ਬਾਰੇ ਤੇ ਬਾਣੀ ਬਾਰੇ ਕੋਈ ਪੜ੍ਹਾਈ ਨਹੀਂ ਕਰਾਈ ਜਾਂਦੀ ਸੀ, ਸਿਰਫ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ, ਵਿਗਿਆਨ ਪੜ੍ਹਾਇਆ ਜਾਂਦਾ ਸੀਗਾ, ਤੇ ਦਾਦੀ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੋਈ। ਸੋ ਉਹਨੂੰ ਇਸ ਗੱਲ ਦੀ ਤਾਂਘ ਸੀ, ਉਹਦੀ ਇੱਛਾ ਸੀ ਕਿ ਉਹਦਾ ਪੋਤਾ ਵੀ ਬਾਣੀ ਵਾਲੇ ਪਾਸੇ ਬਾਣੀ ਵੀ ਸਿੱਖੇ ਤੇ ਪਰਮਾਤਮਾ 'ਚ ਉਹਦਾ ਭਰੋਸਾ ਵੀ ਜਾਗੇ। ਤੇ ਇੱਧਰੋਂ ਪਤਾ ਲੱਗਦਾ ਕਿ ਸਾਰੀ ਗੱਲਾਂ ਤੋਂ ਪਤਾ ਲੱਗਦਾ ਕਿ ਧਾਰਮਿਕ ਬਿਰਤੀ ਦੀ ਔਰਤ ਸੀ। ਅਤੇ ਵੈਨ ਹਰ ਗ੍ਰੈਂਡਸਨ ਵੈਂਟ ਅਬਰੋਡ ਫॉर ਹਾਇਰ ਸਟੱਡੀਜ਼, ਜਦੋਂ ਉਹਦਾ ਪੋਤਾ ਉਚੇਰੀ ਵਿੱਦਿਆ ਲਈ ਵਿਦੇਸ਼ ਗਿਆ, ਸ਼ੀ ਰਿਮੇਨਡ ਇਕੁਆਨਿਮਸ ਹੁੰਦਾ ਹੈ ਅਡੋਲਤਾ ਵਿੱਚ ਰਹੀ। ਉਹ ਕੋਈ ਬਹੁਤ ਜ਼ਿਆਦਾ ਸੈਂਟੀਮੈਂਟਲ ਨਹੀਂ ਹੋਈ, ਬਹੁਤ ਜ਼ਿਆਦਾ ਜਜ਼ਬਾਤੀ ਨਹੀਂ ਹੋਈ, ਰੋਣ ਨਹੀਂ ਲੱਗ ਗਈ। ਉਹ ਇੱਧਰੋਂ ਪਤਾ ਲੱਗਦਾ ਹੈ ਕਿ ਉਹਦੀ ਆਤਮਿਕ ਬਲ ਬੜਾ ਤਗੜਾ ਸੀਗਾ, ਉਹ ਸਹਿਜ ਵਿੱਚ ਸੀਗੀ। ਸ਼ੀ ਰਿਮੇਨਡ ਇਕੁਆਨਿਮਸ ਮੈਨੇ ਅਡੋਲ ਰਹੀ, ਸਹਿਜ ਵਿੱਚ ਰਹੀ, ਐਂਡ ਕੰਪੋਜ਼ਡ, ਕਿ ਉਹ ਬਿਲਕੁਲ ਵੀ ਇੱਦਾਂ ਰੋਣ ਹੱਕੀ ਨਹੀਂ ਹੋਈ। ਕੰਪੋਜ਼ਡ ਮੈਨੇ ਉਹ ਬੜੇ ਸਹਿਜ ਵਿੱਚ ਤੇ ਬੜੇ ਸ਼ਾਂਤ ਵਿੱਚ ਰਹੀ। ਉਹਨੇ ਇਸ ਗੱਲ ਦਾ, ਕੋਈ ਵਿਛੋੜੇ ਦਾ ਉਹਨੇ ਬਹੁਤਾ ਦੁੱਖ ਨਹੀਂ ਮਨਾਇਆ ਕਿ ਮੇਰਾ ਪੋਤਾ ਜਿੰਨਾ ਮੈਂ ਇੰਨਾ ਚਿਰ ਖੇਡੀ ਹਾਂ, ਇੰਨਾ ਸਮਾਂ ਬਿਤਾਇਆ, ਤੇ ਉਹਨੇ ਹੁਣ ਵਿਦੇਸ਼ ਵਿੱਚ ਜਾ ਰਿਹਾ ਹੈ। ਠੀਕ ਹੈ। ਸੋ ਕੁਐਸਚਨ ਨੰਬਰ 4, ਗ੍ਰੈਂਡਮਦਰ ਹੈਜ਼ ਬੀਨ ਪੋਰਟਰੇਟ ਐਜ਼ ਅ ਕਾਈਂਡ ਵੂਮਨ, ਜਿਹੜੀ ਦਾਦੀ ਹੈ ਉਹਨੂੰ ਇੱਕ ਦਿਆਲੂ ਔਰਤ ਦੇ ਵਜੋਂ ਪੇਸ਼ ਕੀਤਾ ਗਿਆ ਹੈ। ਵਟ ਡਿਟੇਲਸ ਇਨ ਦੀ ਸਟੋਰੀ ਇਲੂਸਟ੍ਰੇਟ ਦਿਸ, ਕਹਾਣੀ ਦੇ ਵਿੱਚ ਕਿਹੜੇ ਵੇਰਵੇ ਨੇ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਦਿਆਲੂ ਔਰਤ ਸੀ। ਸੋ ਗ੍ਰੈਂਡਮਦਰ ਵਾਜ਼ ਇਹਦਾ ਜਵਾਬ ਹੈ, ਗ੍ਰੈਂਡਮਦਰ ਵਾਜ਼ ਅ ਵੈਰੀ ਕਾਈਂਡ ਐਂਡ ਕੰਪੈਸ਼ਨੇਟ ਪਰਸਨ, ਜਿਹੜੀ ਗ੍ਰੈਂਡਮਦਰ ਸੀ ਉਹ ਬੜੀ ਹੀ ਦਿਆਲੂ ਅਤੇ ਦੂਜੇ ਦੇ ਨਾਲ ਹਮਦਰਦੀ ਰੱਖਣ ਵਾਲੀ ਔਰਤ ਸੀ। ਹਰ ਕੇਅਰਿੰਗ ਐਂਡ ਬ੍ਰਿੰਗਿੰਗ ਅਪ ਆਫ ਹਰ ਗ੍ਰੈਂਡਸਨ ਇਜ਼ ਨੋ ਸਰਪ੍ਰਾਈਜ਼, ਕਹਿੰਦੇ ਉਹਦਾ ਆਪਣੇ ਪੋਤੇ ਦਾ ਧਿਆਨ ਰੱਖਣਾ ਤੇ ਉਹਦਾ ਪਾਲਣ ਪੋਸ਼ਣ ਕਰਨਾ, ਇਹ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ। ਜ਼ਿਆਦਾਤਰ ਸਾਰੀਆਂ ਦਾਦੀਆਂ ਆਪਣੇ ਪੋਤੇ ਪੋਤੀਆਂ ਲਈ ਇੱਦਾਂ ਕਰਦੀਆਂ ਨੇ, ਇਹ ਤੇ ਨੋ ਸਰਪ੍ਰਾਈਜ਼, ਉਹ ਕਰਦੀ ਸੀ ਬੜੇ ਰੀਝ ਦੇ ਨਾਲ। ਬਟ ਸ਼ੀ ਆਲਸੋ ਫੈਡ ਵਿਲੇਜ ਡੌਗਸ, ਪਰ ਉਹ ਪਿੰਡ ਦੇ ਕੁੱਤਿਆਂ ਨੂੰ ਵੀ ਖਾਣਾ ਖਵਾਉਂਦੀ ਸੀ। ਐਵਰੀ ਡੇ, ਹਰ ਰੋਜ਼, ਵਾਈਲ ਵਾਕਿੰਗ ਹਰ ਗ੍ਰੈਂਡਸਨ ਟੂ ਸਕੂਲ, ਆਪਣੇ ਪੋਤੇ ਨੂੰ ਸਕੂਲ ਲਿਜਾਂਦੇ ਹੋਏ, ਤੋਰ ਕੇ ਲਿਜਾਂਦੇ ਹੋਏ, ਸ਼ੀ ਵੁੱਡ ਕੈਰੀ ਸੈਵਰਲ ਸਟੇਲ ਚਪਾਤੀਸ, ਉਹ ਬਹੁਤ ਸਾਰੀਆਂ ਬੇਹੀਆਂ ਰੋਟੀਆਂ ਆਪਣੇ ਨਾਲ ਲਿਜਾਂਦੀ ਸੀ। ਐਂਡ ਫੀਡ them to the dogs while returning from school, ਤੇ ਸਕੂਲ ਤੋਂ ਮੁੜਨ ਵੇਲੇ ਉਹ ਕੁੱਤਿਆਂ ਨੂੰ ਉਹ ਰੋਟੀਆਂ ਖਵਾਉਂਦੀ ਸੀਗੀ। ਵੈਨ ਦੇ ਮੂਵ ਟੂ ਦ ਸਿਟੀ, ਤੇ ਜਦੋਂ ਸ਼ਹਿਰ ਵਿੱਚ ਚਲੇ ਗਏ ਪਿੰਡ ਤੋਂ, ਸ਼ੀ ਸਟਾਰਟਿਡ ਫੀਡਿੰਗ ਸਪੈਰੋਜ਼, ਉਹਨੇ ਫਿਰ ਚਿੜੀਆਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ। ਐਜ਼ ਦੇਅਰ ਵਰ ਨੋ ਸਟਰੀਟ ਡੌਗਸ, ਕਿਉਂਕਿ ਤੇ ਸ਼ਹਿਰ ਦੇ ਵਿੱਚ ਕੋਈ ਗਲੀਆਂ ਦੇ ਕੁੱਤੇ ਨਹੀਂ ਸੀਗੇ ਜਿੱਦਾਂ ਪਿੰਡਾਂ ਵਿੱਚ ਸੀਗੇ। ਵਾਈਲ ਫੀਡਿੰਗ ਬਰਡਸ, ਤੇ ਪੰਛੀਆਂ ਨੂੰ ਖਾਣਾ ਖਵਾਉਂਦੇ ਵੇਲੇ, they would perch on her legs, shoulders and even on her head, ਉਹਨਾਂ ਜਿਹੜੇ ਉਹ ਪੰਛੀਆਂ ਨੂੰ ਖਾਣਾ ਖਵਾਉਂਦੀ ਸੀ ਤੇ ਪੰਛੀ ਆ ਕੇ ਉਹਦੇ ਲੱਤਾਂ ਤੇ ਮੋਢਿਆਂ ਤੇ ਇੱਥੇ ਤੱਕ ਕਿ ਉਹਦੇ ਸਿਰ ਦੇ ਉੱਤੇ ਹੀ ਬਹਿ ਜਾਂਦੇ ਸੀਗੇ। she would feel delightful, ਉਹਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਸੀਗੀ। and never shoot them away, ਤੇ ਉਹਨਾਂ ਨੂੰ ਕਦੀ ਸ਼ਿਸ਼ਕਾਰ ਕੇ ਉਹਨਾਂ ਨੇ ਪੰਛੀਆਂ ਨੂੰ ਉਡਾਉਣ ਦੀ ਯਤਨ ਨਹੀਂ ਕੀਤਾ ਸੀ, ਮੇਰੇ ਸਿਰ ਤੋਂ ਪਰੇ ਹੋ ਜਾਓ, ਮੇਰੇ ਮੋਢਿਆਂ ਤੋਂ ਪਰੇ ਹੋ ਜਾਓ, ਮੇਰੀ ਲੱਤਾਂ ਤੋਂ ਉੱਠ ਜਾਓ, ਹਨਾ, ਪਰੇ ਹੋ ਕੇ ਖਾਓ, ਮੈਨੂੰ ਤੰਗ ਨਾ ਕਰੋ। ਉਹ ਬੜੀ ਖੁਸ਼ ਹੁੰਦੀ ਸੀ ਤੇ ਉਹਨਾਂ ਨੂੰ ਬੈਠੇ ਰਹਿਣ ਦਿੰਦੀ ਸੀਗੀ। These details demonstrate grandmother's kind disposition, ਇਹ ਜਿਹੜੇ ਵੇਰਵੇ ਨੇ, ਡਿਮੋਨਸਟ੍ਰੇਟ ਮੈਨੇ ਸ਼ੋ ਕਰਦੇ ਨੇ, ਸਾਨੂੰ ਦਰਸਾਉਂਦੇ ਨੇ
ਸਾਡੇ ਸਾਹਮਣੇ ਪੇਸ਼ ਕਰਦੇ ਨੇ ਗ੍ਰੈਂਡ ਮਦਰ ਦਾ ਕਾइंड ਬਣੇ ਦਿਆਲੂ ਸੁਭਾਅ, ਡਿਸਪੋਜੀਸ਼ਨ ਦਾ ਮਤਲਬ ਹੁੰਦਾ ਬਿਰਤੀ, ਸੁਭਾਅ। ਇਧਰੋਂ ਪਤਾ ਲੱਗਦਾ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਕਿ ਜਿਹੜੀ ਦਾਦੀ ਸੀ ਉਹਦਾ ਸੁਭਾਅ ਬੜਾ ਦਇਆ ਵਾਲਾ ਸੀ। ਕੁਐਸਚਨ ਨੰਬਰ 5, ਵਟ ਵਾਸ ਗ੍ਰੈਂਡਮਦਰਸ ਡੇਲੀ ਰੂਟੀਨ ਇਨ ਦੀ ਸਿਟੀ? ਸ਼ਹਿਰ ਦੇ ਵਿੱਚ ਜਿਹੜੀ ਦਾਦੀ ਸੀ ਉਹਦਾ ਰੋਜ਼ ਦਾ ਨੇਮ ਕੀ ਸੀ? ਰੂਟੀਨ ਬਣੇ ਨੇਮ, ਰੋਜ਼ ਦਾ ਕੀ ਉਹਦਾ ਰੂਟੀਨ ਸੀਗਾ। In the city, grandmother sat by her wheel, spinning and reciting prayers from sunrise to sunset. ਸ਼ਹਿਰ ਦੇ ਵਿੱਚ ਜਿਹੜੀ ਗ੍ਰੈਂਡਮਦਰ ਸੀ ਉਹ ਆਪਣੇ ਚਰਖੇ ਤੇ ਬੈਠੀ ਰਹਿੰਦੀ ਸੀਗੀ, ਚਰਖਾ ਕੱਤਦੀ ਸੀਗੀ ਤੇ ਨਾਲ ਪਾਠ ਕਰਦੀ ਸੀ, ਬਾਣੀ ਪੜ੍ਹਦੀ ਸੀ। from sunrise to sunset, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ। she would rarely talk to anyone during this, ਤੇ ਇਸ ਸਮੇਂ ਦੇ ਦੌਰਾਨ ਉਹ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰਦੀ ਸੀ। In the afternoon, ਦੁਪਹਿਰ ਵੇਲੇ, for a while, ਥੋੜੀ ਦੇਰ ਲਈ, she would relax, ਉਹ ਥੋੜਾ ਆਰਾਮ ਕਰਦੀ ਸੀ, and feed the sparrows, ਤੇ ਚਿੜੀਆਂ ਨੂੰ ਖਾਣਾ ਖਵਾਉਂਦੀ ਸੀ। she would sit in the veranda of their city home, ਉਹ ਆਪਣੇ ਸ਼ਹਿਰ ਦੇ ਘਰ ਦੇ ਵਰਾਂਡੇ ਵਿੱਚ ਬਹਿ ਜਾਂਦੀ ਸੀ। break the bread into little bits, ਜਿਹੜੀ ਰੋਟੀ ਸੀਗੀ ਉਹਨੂੰ ਨਿੱਕੇ ਨਿੱਕੇ ਟੁਕੜੇ ਕਰਦੀ ਸੀ, ਛੋਟੇ ਛੋਟੇ, and throw them to hundreds of little birds collected around her, ਤੇ ਕਈ ਸੌ ਜਿਹੜੇ ਪੰਛੀ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸੀਗੇ, ਉਹਨਾਂ ਵੱਲੋਂ ਉਹ ਜਿਹੜੇ ਨਿੱਕੇ ਨਿੱਕੇ ਟੁਕੜੇ ਰੋਟੀ ਦੇ ਸੁੱਟਦੀ ਹੁੰਦੀ ਸੀਗੀ। ਕ੍ਰੀਏਟਿੰਗ ਅ ਟਿਪੀਕਲ ਪੈਂਡੇਮੋਨੀਅਮ ਆਫ ਚਰਪਿੰਗ, ਤੇ ਇੱਕ ਪੈਂਡੇਮੋਨੀਅਮ ਦਾ ਰੌਲਾ ਗੋਲਾ। ਤੁਹਾਡੀ ਕਿਤਾਬ ਸ਼ਬਦ ਵਰਤਿਆ ਬੈਡਲਮ, BEDLAM, ਤੇ ਬੈਡਲਮ ਦਾ ਇੱਕ ਦੂਜਾ ਸਮਾਨਾਰਥਿਕ ਸ਼ਬਦ ਹੈ ਪੈਂਡੇਮੋਨੀਅਮ। ਮੈਂ ਜਾਣ ਕੇ ਲਿਖਿਆ ਤਾਂ ਕਿ ਤੁਹਾਨੂੰ ਨਵੇਂ ਸ਼ਬਦ ਦਾ ਪਤਾ ਲੱਗੇ। ਅ ਟਿਪੀਕਲ, ਉਹਨਾਂ ਨੇ ਸ਼ਬਦ ਵਰਤਿਆ ਹੈ ਵੈਰੀਟੇਬਲ, ਵੈਰੀਟੇਬਲ ਦਾ ਇੱਕ ਸਮਾਨਾਰਥੀ ਸ਼ਬਦ ਹੈ ਟਿਪੀਕਲ, ਇੱਕ ਖਾਸ ਕਿਸਮ ਦਾ, ਇੱਕ ਮਤਲਬ ਕਿ ਬਿਲਕੁਲ ਅਨੋਖਾ ਪੈਂਡੇਮੋਨੀਅਮ ਰੌਲਾ ਗੋਲਾ ਆਫ ਚਰਪਿੰਗ। ਇਹ ਪੰਛੀਆਂ ਦੀ ਚਹਿਚਹਾਟ ਦਾ ਇੱਕ ਵੱਖਰੇ ਕਿਸਮ ਦਾ ਰੌਲਾ ਗੋਲਾ ਤਿਆਰ ਹੋ ਜਾਂਦਾ ਸੀਗਾ। ਬਰਡਸ ਵੁੱਡ ਪਰਚ ਔਨ ਹਰ ਲੈਗਸ, ਸ਼ੋਲਡਰਸ ਐਂਡ ਹੈਡ, ਪੰਛੀ ਉਹਦੇ ਲੱਤਾਂ ਤੇ ਮੋਢਿਆਂ ਤੇ ਸਿਰ ਤੇ ਆ ਕੇ ਬਹਿੰਦੇ ਸੀ। ਬਟ ਸ਼ੀ ਫੈਲਟ ਡਿਲਾਈਟਡ, ਪਰ ਉਹ ਬੜਾ ਖੁਸ਼ੀ ਮਹਿਸੂਸ ਕਰਦੀ ਸੀ। ਐਂਡ ਨੈਵਰ ਵੇਵਡ ਦੈਮ ਅਵੇ, ਤੇ ਕਦੀ ਹੱਥ ਦੇ ਨਾਲ ਉਹਨੂੰ ਇਸ਼ਾਰਾ ਕਰਕੇ, ਮਤਲਬ ਕਿ ਤਾਂ ਹੱਥ ਦਾ ਉਹ ਕਰਕੇ ਆਪਣੇ ਹੱਥਾਂ ਨੂੰ ਲਾ ਕੇ ਕਦੀ ਉਡਾਉਂਦੀ ਨਹੀਂ ਸੀ ਉਹਨਾਂ ਨੂੰ। It was the happiest 30-minute period of the day for her. ਇਹ ਦਿਨ ਦਾ ਉਹਦੇ ਵਾਸਤੇ 30 ਮਿੰਟਾਂ ਦਾ ਸਭ ਤੋਂ ਖੁਸ਼ੀ ਦੇਣ ਵਾਲਾ ਵਕਫਾ, ਅੰਤਰਾਲ ਜਿਹੜਾ ਪੀਰੀਅਡ ਸੀ 30 ਮਿੰਟਾਂ ਦਾ ਉਹਦਾ ਹੁੰਦਾ ਸੀ, ਜਿਸ ਦੌਰਾਨ ਉਹ ਆਰਾਮ ਕਰਦੀ ਸੀ ਤੇ ਪੰਛੀਆਂ ਨੂੰ ਰੋਟੀ ਖਵਾਉਂਦੀ ਸੀ। ਕੁਐਸਚਨ ਨੰਬਰ 6, give a brief pen portrait of the grandmother. ਦਾਦੀ ਦਾ ਮਤਲਬ ਕਿ ਪੈਨ ਰਾਹੀਂ ਪੋਰਟਰੇਟ ਖਿੱਚੋ, ਅਰਥਾਤ ਕਲਮ ਦੇ ਰਾਹੀਂ ਉਹਦੀ ਤਸਵੀਰ ਖਿੱਚੋ, ਸ਼ਬਦਾਂ ਦੇ ਵਿੱਚ ਉਹਦੀ ਤਸਵੀਰ ਖਿੱਚੋ। ਠੀਕ ਹੈ, ਆਓ ਲਿਖੀਏ। ਸੋ ਇਹ ਉਹਦੀ ਸ਼ਬਦਾਂ ਦੇ ਵਿੱਚ ਦਾਦੀ ਮਾਂ ਦਾ ਸੰਖੇਪ ਦੇ ਵਿੱਚ ਚਿੱਤਰਨ ਹੈਗਾ। ਦੀ ਗ੍ਰੈਂਡਮਦਰ ਐਪ ਵਿੱਚ ਜਦੋਂ ਪੈਨ ਪੋਰਟਰੇਟ ਦੇਈਦਾ ਹੈ, ਸਕੈਚ ਦੇਈਦਾ, ਅਸੀਂ ਜ਼ਿਆਦਾਤਰ ਇਹਨੂੰ ਪ੍ਰੈਜ਼ੈਂਟ ਟੈਂਸ ਵਿੱਚ ਦਿੰਦੇ ਹਾਂ। ਠੀਕ ਹੈ, ਦੀ ਗ੍ਰੈਂਡਮਦਰ ਇਜ਼ ਐਨ ਓਲਡ ਲੇਡੀ, ਜਿਹੜੀ ਦਾਦੀ ਹੈ ਇੱਕ ਬਜ਼ੁਰਗ ਔਰਤ ਹੈ। ਹੈਵਿੰਗ ਸਿਲਵਰ ਲੌਕਸ, ਜਿਹਦੇ ਲਟਾਂ ਜਿਹੜੀਆਂ ਨੇ ਵਾਲਾਂ ਦੀਆਂ ਉਹ ਚਿੱਟੀਆਂ ਨੇ, ਚਾਂਦੀ ਵਰਗੀਆਂ। ਐਂਡ ਅ ਕ੍ਰਿਸ ਕ੍ਰੋਸ ਆਫ ਰਿੰਕਲਸ ਔਨ ਹਰ ਫੇਸ, ਤੇ ਉਹਦੇ ਚਿਹਰੇ ਤੇ ਝੁਰੜੀਆਂ ਦੇ ਟੇਢੀਆਂ ਮੇਢੀਆਂ ਲਕੀਰਾਂ ਹੈਗੀਆਂ ਨੇ, ਝੁਰੜੀਆਂ ਦੀਆਂ ਟੇਢੀਆਂ ਮੇਢੀਆਂ ਇੱਕ ਦੂਜੇ ਨੂੰ ਕੱਟਦੀਆਂ ਹੋਈਆਂ। ਠੀਕ ਹੈ, ਸ਼ੀ ਇਜ਼ ਸ਼ਾਰਟ, ਫੈਟ ਐਂਡ ਸਲਾਈਟਲੀ ਬੈਂਟ, ਉਹ ਛੋਟੀ ਹੈ ਕੱਦ ਦੀ, ਮੋਟੀ ਹੈ ਥੋੜੀ, ਤੇ ਥੋੜਾ ਕੁੱਪਿਆ ਹੋਇਆ ਹੈ। ਸ਼ੀ ਅਪੀਅਰਸ ਸੋ ਓਲਡ ਦੈਟ ਇਟ ਸੀਮਸ ਅਨਲਾਈਕਲੀ ਦੈਟ ਸ਼ੀ ਕੈਨ ਗੈਟ ਫਰਦਰ ਓਲਡਰ, ਕਹਿੰਦੇ ਉਹ ਇੰਨੀ ਬੁੱਢੀ ਜਾਪਦੀ ਹੈ, ਇੰਨੀ ਬਜ਼ੁਰਗ ਜਾਪਦੀ ਹੈ ਕਿ ਇਵੇਂ ਲੱਗਦਾ ਹੀ ਨਹੀਂ ਕਿ ਇਸ ਤੋਂ ਹੋਰ ਜ਼ਿਆਦਾ ਬੁੱਢੀ ਵੀ ਹੋ ਸਕਦੀ ਹੋਵੇ। ਠੀਕ ਹੈ, ਸ਼ੀ ਹੌਬਲਸ ਅਬਾਊਟ ਦੀ ਹਾਊਸ, ਉਹ ਘਰ ਵਿੱਚ ਔਖੇ ਹੋ ਕੇ ਤੁਰਦੀ ਹੈ, ਲੰਘ ਮਾਰ ਕੇ ਤੁਰਦੀ ਹੈ। ਇਨ ਸਪੌਟਲੈਸ ਵਾਈਟ, ਦੁੱਧ ਵਰਗੇ ਚਿੱਟੇ ਕੱਪੜਿਆਂ ਵਿੱਚ। ਵਿਦ ਵਨ ਹੈਂਡ ਟੈਲਿੰਗ ਦਾ ਬੀਡਸ ਆਫ ਅ ਰੋਜ਼ਰੀ, ਇੱਕ ਹੱਥ ਦੇ ਨਾਲ ਆਪਣੀ ਮਾਲਾ ਦੇ ਮਣਕੇ ਫੇਰਦੇ ਹੋਏ। ਟੈਲਿੰਗ ਦੀ ਬੀਡਸ ਹੁੰਦੇ ਮਣਕੇ ਜਾਂ ਮੋਤੀ, ਰੋਜ਼ਰੀ ਹੁੰਦੀ ਹੈ ਮਾਲਾ। ਬੀਡਸ ਆਫ ਰੋਜ਼ਰੀ ਹੁੰਦਾ ਬੱਚਿਓ ਮਾਲਾ ਦੇ ਮਣਕੇ, ਤੇ ਟੈਲਿੰਗ ਦਾ ਬੀਡਸ ਹੁੰਦਾ ਮਣਕੇ ਫੇਰਨੇ। ਠੀਕ ਹੈ, ਅਸੀਂ ਰੋਲਿੰਗ ਦਾ ਬੀਡਸ ਨਹੀਂ ਕਵਾਂਗੇ, ਟੈਲਿੰਗ ਦਾ ਬੀਡਸ ਕਹਿੰਦੇ ਹਾਂ। ਟੈਲਿੰਗ ਦਾ ਬੀਡਸ ਮਤਲਬ ਕਿ ਮਣਕੇ ਫੇਰਨੇ। ਵਿਦ ਵਨ ਹੈਂਡ ਟੈਲਿੰਗ ਦੀ ਬੀਡਸ ਆਫ ਅ ਰੋਜ਼ਰੀ, ਆਪਣੀ ਮਾਲਾ ਦੇ ਇੱਕ ਹੱਥ ਨਾਲ ਮਣਕੇ ਫੇਰਦੇ ਹੋਏ। ਐਂਡ ਦੀ ਅਦਰ ਰੈਸਟਿੰਗ ਔਨ ਹਰ ਵੇਸਟ, ਤੇ ਦੂਜਾ ਹੱਥ ਉਹਦੇ ਲੱਕ ਦੇ ਉੱਤੇ। ਸ਼ੀ ਇਜ਼ ਅ ਰਿਲੀਜੀਅਸ ਐਂਡ ਕਾਈਂਡਲੀ ਵੂਮਨ, ਉਹ ਧਾਰਮਿਕ ਅਤੇ ਦਿਆਲੂ ਔਰਤ ਹੈ। ਸ਼ੀ ਰੀਡ ਸਕ੍ਰਿਪਚਰਸ ਐਂਡ ਸੇਜ਼ ਹਰ ਪ੍ਰੇਅਰਸ ਰੈਗੂਲਰਲੀ, ਉਹ ਨੇਮ ਦੇ ਨਾਲ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਹੈ ਤੇ ਬਾਣੀ ਪੜ੍ਹਦੀ ਹੈ, ਪਾਠ ਕਰਦੀ ਹੈ। ਸ਼ੀ ਰੈਗੂਲਰਲੀ ਫੀਡਸ ਵਿਲੇਜ ਡੌਗਸ ਵੈਨ ਸ਼ੀ ਇਜ਼ ਲਿਵਿੰਗ ਇਨ ਦ ਵਿਲੇਜ, ਜਦੋਂ ਪਿੰਡ ਵਿੱਚ ਰਹਿ ਰਹੀ ਹੈ ਤੇ ਉਹ ਨਿਰੰਤਰ ਰੋਜ਼ ਕੁੱਤਿਆਂ ਨੂੰ, ਗਲੀ ਆਪਣੇ ਪਿੰਡ ਦੇ ਕੁੱਤਿਆਂ ਨੂੰ ਉਹਨਾਂ ਨੂੰ ਭੋਜਨ ਖਵਾਉਂਦੀ ਹੈ। ਔਨ ਮੂਵਿੰਗ ਟੂ ਦ ਸਿਟੀ, ਤੇ ਸ਼ਹਿਰ ਵਿੱਚ ਜਿਹੜੇ ਸ਼ਿਫਟ ਹੋ ਜਾਂਦੇ ਨੇ, ਜਿਹੜੇ ਸ਼ਹਿਰ ਵਿੱਚ ਚਲੇ ਜਾਂਦੇ ਨੇ,
she starts feeding sparrows as there are no street dogs in the city। ਉਹ ਫਿਰ ਜਿਹੜੇ ਪੰਛੀ ਨੇ, ਚਿੜੀਆਂ ਨੇ, ਉਹਨਾਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਗਲੀਆਂ ਦੇ ਕੁੱਤੇ ਨਹੀਂ ਹੈਗੇ। she keeps herself engaged most of the time। ਉਹ ਆਪਣੇ ਆਪ ਨੂੰ ਜ਼ਿਆਦਾ ਸਮੇਂ ਲਈ ਰੁਝਾ ਕੇ ਰੱਖਦੀ ਹੈ, ਐਵੇਂ ਵਿਹਲੀ ਨਹੀਂ ਬੈਠਦੀ, ਸਮਾਂ ਨਹੀਂ ਟਪਾਉਂਦੀ, ਮੱਖੀਆਂ ਨਹੀਂ ਮਾਰਦੀ, ਗੱਪਾਂ ਨਹੀਂ ਮਾਰਦੀ, ਆਪਣੇ ਆਪ ਨੂੰ ਉਸਾਰੂ ਕੰਮ 'ਚ ਰੁਝਾ ਕੇ ਰੱਖਦੀ ਹੈ। ਇਨ ਦੀ ਵਿਲੇਜ, ਜਦ ਪਿੰਡ ਵਿੱਚ ਸੀਗੀ, she accompanies the author to his village school। ਉਹ ਲਿਖਾਰੀ ਜਿਹੜਾ ਉਹਦਾ ਪੁੱਤ ਹੈ, ਉਹ ਪਿੰਡ ਦੇ ਸਕੂਲ ਉਹਦੇ ਨਾਲ ਜਾਂਦੀ ਹੈ, ਉੱਥੇ ਰਹਿੰਦੀ ਹੈ, ਹੈ ਨਾ। when she moves to the city, ਤੇ ਜਦੋਂ ਉਹ ਸ਼ਹਿਰ ਵਿੱਚ ਆ ਜਾਂਦੀ ਹੈ, she sits most of the day by her wheel। ਉਹ ਜ਼ਿਆਦਾਤਰ ਫਿਰ ਆਪਣੇ ਚਰਖੇ ਤੇ ਬੈਠੀ ਰਹਿੰਦੀ ਹੈ, ਸਪਿਨਿੰਗ, ਕੱਤਦੇ ਹੋਏ, ਐਂਡ ਸੇਇੰਗ ਪ੍ਰੇਅਰਸ, ਦੇ ਨਾਲ ਬਾਣੀ ਪੜ੍ਹਦੇ ਹੋਏ। she passes away peacefully and the birds also grieve her demise। demise ਹੁੰਦਾ ਮੌਤ, pass away ਹੁੰਦਾ ਜਹਾਨ ਤੋਂ ਕੂਚ ਕਰ ਜਾਣਾ, ਅਕਾਲ ਚਲਾਣਾ ਕਰ ਜਾਣਾ, ਠੀਕ ਹੈ। she passes away peacefully ਅਰਥਾਤ ਉਹ ਬੜੇ ਸ਼ਾਂਤਮਈ ਢੰਗ ਦੇ ਨਾਲ ਉਹ ਅਕਾਲ ਚਲਾਣਾ ਕਰਦੀ ਹੈ ਕਿਉਂਕਿ ਧਾਰਮਿਕ ਬ੍ਰਿਤੀ ਦੀ ਸੀ, ਉਹ ਬੜੇ ਆਰਾਮ ਦੇ ਨਾਲ, ਸ਼ਾਂਤੀ ਦੇ ਨਾਲ ਜਾਂਦੀ ਹੈ। ਐਂਡ ਦੀ ਬਰਡਸ ਆਲਸੋ ਗਰੀਵ her। ਗਰੀਵ ਹੁੰਦਾ ਅਫਸੋਸ ਕਰਨਾ, ਦੁੱਖ ਵਿੱਚ ਸ਼ਰੀਕ ਹੋਣਾ, ਮਤਲਬ ਕਿ ਆਪਣਾ ਦੁੱਖ ਜ਼ਾਹਰ ਕਰਨਾ। ਜਿਹੜੇ ਪੰਛੀ ਨੇ ਜਿਹਨਾਂ ਨੂੰ ਖਾਣਾ ਖਵਾਉਂਦੀ ਸੀਗੀ, ਉਹ ਵੀ ਉਹਦੀ ਜਿਹੜੀ ਮੌਤ ਹੈ ਉਹਦੇ ਦੁੱਖ ਵਿੱਚ ਸ਼ਰੀਕ ਹੁੰਦੇ ਨੇ, ਉਹ ਦਿਨ ਆਉਂਦੇ ਨੇ, ਉਹਦੇ ਕੋਲ ਬੈਠਦੇ ਨੇ, ਪਰ ਉਹ ਚਹਿਕਦੇ ਨਹੀਂ ਹੈਗੇ। ਅਤੇ ਜਿਹੜਾ ਉਹਦੀ ਨੂੰਹ ਵੱਲੋਂ, ਜੋ ਦਾਦੀ ਹੈ, ਉਹਦੀ ਨੂੰਹ ਅਰਥਾਤ ਲਿਖਾਰੀ ਦੀ ਮਾਂ ਵੱਲੋਂ ਜਦੋਂ ਰੋਟੀ ਪਾਈ ਜਾਂਦੀ ਹੈ, ਉਹ ਪੰਛੀ ਉਹਨੂੰ ਨਹੀਂ ਖਾਂਦੇ, ਠੀਕ ਹੈ। ਸੋ ਅੱਗੇ ਚਲੀਏ, ਆਖਰੀ ਕੁਐਸਚਨ ਆ ਗਿਆ ਬੱਚਿਓ। ਰਾਈਟ ਅ ਬਰੀਫ ਨੋਟ ਔਨ ਗ੍ਰੈਂਡ ਮਦਰਸ ਰਿਲੇਸ਼ਨਸ਼ਿਪ ਵਿਦ ਦੀ ਸਪੈਰੋਜ਼। ਅਰਥਾਤ ਦਾਦੀ ਦਾ ਜੋ ਚਿੜੀਆਂ ਨਾਲ ਸੰਬੰਧ ਸੀਗਾ, ਉਹਦੇ ਉੱਤੇ ਇੱਕ ਸੰਖੇਪ ਨੋਟ ਲਿਖੋ, ਠੀਕ ਹੈ। ਸੋ ਇੱਦਾਂ ਨੋਟ ਹੈ ਸੰਖੇਪ, ਗ੍ਰੈਂਡ ਮਦਰਸ ਰਿਲੇਸ਼ਨਸ਼ਿਪ ਵਿਦ ਦੀ ਸਪੈਰੋਜ਼ ਵਾਜ਼ ਹਾਰਟ ਵਾਰਮਿੰਗ ਐਂਡ ਟਚਿੰਗ। ਅਰਥਾਤ ਜੋ ਦਾਦੀ ਸੀਗੀ, ਉਹਦਾ ਜੋ ਸਪੈਰੋਜ਼ ਦੇ ਨਾਲ, ਚਿੜੀਆਂ ਦੇ ਨਾਲ ਜੋ ਸੰਬੰਧ ਸੀਗਾ, ਉਹ ਹਾਰਟ ਵਾਰਮਿੰਗ ਅਰਥਾਤ ਦਿਲ ਨੂੰ ਖੁਸ਼ੀ ਦੇਣ ਵਾਲਾ ਸੀਗਾ। ਮਤਲਬ ਇਹ ਪੜ੍ਹ ਕੇ, ਦੇਖ ਕੇ ਖੁਸ਼ੀ ਹੁੰਦੀ ਹੈ, ਐਂਡ ਟਚਿੰਗ ਅਤੇ ਦਿਲ ਨੂੰ ਛੂਹ ਲੈਣ ਵਾਲਾ ਸੀਗਾ, ਠੀਕ ਹੈ। ਔਨ ਮੂਵਿੰਗ ਟੂ ਦ ਸਿਟੀ, ਕਹਿੰਦੇ ਜਦੋਂ ਉਹ ਸ਼ਹਿਰ ਵਿੱਚ ਆ ਗਏ ਪਿੰਡ ਤੋਂ, she had started feeding sparrows as there were no street dogs in the city। ਉਹਨੇ ਫਿਰ ਚਿੜੀਆਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ ਸ਼ਹਿਰ ਦੇ ਵਿੱਚ ਗਲੀਆਂ ਦੇ ਕੁੱਤੇ ਨਹੀਂ ਸੀਗੇ। ਪਿੰਡ ਵਿੱਚ ਪਹਿਲਾਂ ਉਹ ਗਲੀਆਂ ਦੇ ਕੁੱਤਿਆਂ ਨੂੰ ਖਾਣਾ ਖਵਾਉਂਦੀ ਸੀਗੀ। ਫਿਰ ਕਹਿੰਦੇ she would feed the little birds every day in the afternoon। ਉਹ ਦੁਪਹਿਰ ਨੂੰ ਹਰ ਰੋਜ਼ ਪੰਛੀਆਂ ਨੂੰ ਖਾਣਾ ਖਵਾਉਂਦੀ ਸੀਗੀ। the birds were so friendly to her। ਤੇ ਜਿਹੜੇ ਪੰਛੀ ਸੀਗੇ, ਉਹਨਾਂ ਦੀ ਵੀ ਦੋਸਤੀ ਉਹਦੇ ਨਾਲ ਇੰਨੀ ਗੂੜੀ ਹੋ ਗਈ ਸੀਗੀ, ਦਾਦੀ ਦੇ ਨਾਲ, that they freely ਮਾਨੇ ਬੇਬਾਕੀ ਦੇ ਨਾਲ, ਬਿਨਾਂ ਕਿਸੇ ਸੰਸ਼ੇ ਦੇ ਨਾਲ, ਪੂਰੀ ਆਜ਼ਾਦੀ ਦੇ ਨਾਲ, ਖੁੱਲ੍ਹ ਦੇ ਨਾਲ ਪਰਚਡ ਬੈਠਦੇ ਸੀਗੇ ਔਨ ਹਰ ਲੈਗਸ, ਉਹਦੀ ਲੱਤਾਂ ਤੇ, ਸ਼ੋਲਡਰਸ ਉਹਦੇ ਮੋਢਿਆਂ ਤੇ, ਐਂਡ ਈਵਨ ਦੀ ਹੈਡ, ਇੱਥੇ ਤੱਕ ਕਿ ਉਹਦੇ ਸਿਰ ਉੱਤੇ ਬਹਿ ਜਾਂਦੇ ਸੀਗੇ। ਕਹਿੰਦੇ ਲੀਵ ਅਲੋਨ ਸ਼ੂ ਦੈਮ ਅਵੇ। ਕਹਿੰਦੇ ਸ਼ੂ ਕਰਕੇ ਇੱਦਾਂ ਹੱਥ ਮਾਰ ਕੇ ਉਡਾਉਣਾ ਤੇ ਬੜੀ ਦੂਰ ਦੀ ਗੱਲ ਹੈ, ਉਹਨਾਂ ਨੂੰ ਬਿਲਕੁਲ ਨਹੀਂ ਕੁਝ ਕਹਿੰਦੀ ਸੀਗੀ। she would smile and feel delighted। ਉਹ ਬਲਕਿ ਮੁਸਕਰਾਉਂਦੀ ਸੀਗੀ, ਜਿਹੜੇ ਪੰਛੀ ਉਹਦੇ ਸਿਰ ਤੇ ਆ ਕੇ ਬਹਿੰਦੇ ਸੀ, ਮੋਢਿਆਂ ਤੇ ਬਹਿੰਦੇ ਸੀਗੇ, she would smile, ਉਹ ਮੁਸਕਰਾਉਂਦੀ ਸੀਗੀ, and feel delighted, ਅਤੇ ਬੜਾ ਖੁਸ਼ ਮਹਿਸੂਸ ਕਰਦੀ ਸੀਗੀ। when grandmother breathed her last। breathe her last में जब ਉਹਨੇ ਆਖਰੀ ਸਾਹ ਲਿਆ। ਸੋ breathe her last ਬੱਚੇ ਮੁਹਾਵਰਾ ਹੈ। pass away ਵੀ, pass away ਪਹਿਲੇ ਮੈਂ ਸ਼ਬਦ ਵਰਤਿਆ pass away। pass away ਵੀ ਹੁੰਦਾ ਜਹਾਨ ਤੋਂ ਕੂਚ ਕਰ ਜਾਣਾ, ਮੌਤ ਹੋ ਜਾਣੀ। breathe once last ਦਾ ਮਤਲਬ ਹੁੰਦਾ ਆਖਰੀ ਸਾਹ ਲੈਣਾ, ਅਰਥਾਤ ਮੌਤ ਹੋ ਜਾਣੀ। ਇਹ ਮੈਂ ਜਾਣ ਕੇ ਵੱਖਰੇ ਵੱਖਰੇ ਸ਼ਬਦ ਪਾ ਰਿਹਾ ਤੁਹਾਡੀ, ਤਾਂ ਕਿ ਅੰਗਰੇਜ਼ੀ ਦੇ ਗਿਆਨ ਵਿੱਚ ਤੁਹਾਡਾ ਵਾਧਾ ਹੋਵੇ। ਸੋ ਕਹਿੰਦੇ when grandmother breathed her last, ਅਰਥਾਤ ਜਦੋਂ ਗ੍ਰੈਂਡ ਮਦਰ ਨੇ ਆਖਰੀ ਸਾਹ ਲਿਆ। the birds were in grief। ਜਿਹੜੇ ਪੰਛੀ ਸੀਗੇ ਉਹ ਵੀ ਦੁਖੀ ਸੀਗੇ। in grief ਮਾਨੇ ਉਹਨਾਂ ਨੂੰ ਵੀ ਦੁੱਖ ਹੋਇਆ, ਉਹਨੂੰ ਪਤਾ ਲੱਗ ਗਿਆ ਵੀ ਇਹ ਚਲੀ ਗਈ ਹੈ, ਸਾਡੀ ਦੋਸਤ ਜੋ ਸਾਨੂੰ ਰੋਜ਼ ਰੋਟੀ ਖਵਾਉਂਦੀ ਸੀਗੀ। they did not chirp। ਉਹ ਫਿਰ ਚਹਿਕੇ ਨਹੀਂ, ਉਦਨ ਚਹਿਚਾਏ ਨਹੀਂ, ਪੰਛੀ ਚਹਿਚਾਏ ਬਿਲਕੁਲ ਨਹੀਂ। ਬਟ ਕੁਆਇਟਲੀ ਸੈਟ ਔਨ ਦੀ ਫਲੋਰ ਸਰਾਊਂਡਿੰਗ ਹਰ ਡੈਡ ਬੋਡੀ। ਉਹਦਾ ਜਿਹੜਾ ਮ੍ਰਿਤਕ ਦੇਹ ਸੀ, ਉਹਦੇ ਆਲੇ ਦੁਆਲੇ ਘੇਰ ਕੇ, ਉਹਦੇ ਆਲੇ ਦੁਆਲੇ ਉਹਨੂੰ ਚੁੱਪਚਾਪ ਬੈਠੇ ਰਹੇ, ਜਿੱਦਾਂ ਕਿ ਉਹ ਵੀ ਅਫਸੋਸ ਕਰਨ ਆਏ ਹੋਣ। they took no notice of the bread crumbs thrown to them by her daughter in law। ਮਤਲਬ ਕਿਹੜੀ ਡਾਟਰ ਹੈ? ਗ੍ਰੈਂਡ ਮਦਰ ਦੀ ਡਾਟਰ ਇਨ ਲਾਅ, ਗ੍ਰੈਂਡ ਮਦਰ ਦੀ ਨੂੰਹ ਜਿਹੜੀ ਸੀਗੀ, ਔਥਰ ਦੀ ਮਾਂ ਸੀਗੀ। ਜਦੋਂ ਉਹਨੇ ਉਹਨਾਂ ਨੂੰ ਬ੍ਰੈਡ ਕਰਮਸ ਪਾਏ, ਰੋਟੀ ਦੇ ਚੂਰ ਪੂਰ ਪਾਏ, ਰੋਟੀ ਦੇ ਨਿੱਕੇ ਨਿੱਕੇ ਟੁਕੜੇ ਪਾਏ, ਤੇ ਉਹਨਾਂ ਨੇ, ਉਹ ਪੰਛੀਆਂ ਨੇ ਬਿਲਕੁਲ ਧਿਆਨ ਵੀ ਨਹੀਂ ਦਿੱਤਾ ਉਸ ਪਾਸੇ। ਧਿਆਨ ਇੱਧਰੋਂ ਪਤਾ ਲੱਗਦਾ ਕਿ ਉਹ ਰੋਟੀ ਖਾਣ ਨਹੀਂ ਆਏ ਸੀਗੇ, ਉਹ ਤੇ ਆਪਣੀ ਦੋਸਤੀ, ਉਹ ਜਿਹੜੀ ਦੋਸਤੀ ਸੀਗੀ, ਦੋਸਤ ਸੀ ਉਹਨਾਂ ਦੀ ਗ੍ਰੈਂਡ ਮਦਰ, ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਅਕਾਲ ਚਲਾਣਾ ਕਰ ਗਈ ਹੈ,
ਉਹਦੇ ਜਾਣ ਤੇ ਵਿੱਚ ਉਹ ਅਫਸੋਸ ਕਰਨ ਆਏ ਸੀਗੇ। ਠੀਕ ਹੈ। ਸੋ ਵੈਨ ਥਰੋਨ ਟੂ them by a daughter-in-law and flew away quietly, ਤੇ ਚੁੱਪਚਾਪ ਉੜ ਗਏ। when the family members carried away grandmother's corpse for cremation, cremation ਹੁੰਦਾ ਬੱਚਿਓ ਅਗਨਦਾਹ ਕਰਨਾ। ਜੋ ਜਦੋਂ ਮਸਾਣਾ ਵਿੱਚ ਉਹਨੂੰ ਉਹਦੇ ਸਰੀਰ ਨੂੰ ਅਗਨ ਭੇਟ ਕਰਨ ਲੈ ਗਏ, ਕੋਰਪਸ ਹੁੰਦਾ ਲਾਸ਼ ਨੂੰ, ਮ੍ਰਿਤਕ ਦੇਹ ਨੂੰ। ਜਦੋਂ ਦਾਦੀ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਵਾਸਤੇ ਉਹ ਫੈਮਿਲੀ ਮੈਂਬਰ ਲੈ ਗਏ ਤੇ ਪੰਛੀ ਵੀ ਸੀ, ਉਹ ਚੁੱਪਚਾਪ ਉੜ ਕੇ ਚਲੇ ਗਏ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡਾ ਇਹ ਵਾਲਾ ਲੈਸਨ ਦੀ ਪੋਰਟਰੇਟ ਆਫ ਅ ਲੇਡੀ, ਉਹਦੇ 7 ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ। ਜਿਵੇਂ ਪਹਿਲੇ ਵੀ ਕਿਹਾ ਬੱਚਿਓ, ਜਿਹੜਾ ਲੈਸਨ ਹੈਗਾ ਰੀਡਿੰਗ ਐਂਡ ਐਕਸਪਲੇਨੇਸ਼ਨ, 3 ਵੀਡੀਓਜ਼ ਪਾਰਟ 1 ਪਾਰਟ 2 ਪਾਰਟ 3 ਅਸੀਂ ਕੀਤੇ ਨੇ। ਉਹ ਵੀਡੀਓਜ਼ ਨੂੰ, ਲੈਸਨ ਨੂੰ ਜ਼ਰੂਰ ਪੜ੍ਹੋ, ਧਿਆਨ ਦੇ ਨਾਲ ਸੁਣੋ, ਔਰ ਸਾਰੇ ਮਤਲਬ ਸਮਝਾਏ ਗਏ ਨੇ, ਟਰਾਂਸਲੇਸ਼ਨ ਕੀਤੀ ਗਈ ਹੈ ਅਤੇ ਐਕਸਪਲੇਨੇਸ਼ਨ ਦਿੱਤੀ ਗਈ ਹੈ। ਉਹਦੇ ਨਾਲ ਫਿਰ ਆਨਸਰਸ ਨੂੰ ਤੁਹਾਡੇ ਲਈ ਕਰਨਾ ਸਮਝਣਾ ਬਹੁਤ ਸੌਖਾ ਹੋ ਜਾਏਗਾ। ਅਤੇ ਇਹ ਸਾਰੇ ਆਨਸਰਸ ਨੂੰ ਬਿਨਾਂ ਦੇਖੇ ਤੁਸੀਂ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰਨਾ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਅਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।